बिस्मिल्लाहिर्रहमानिर्रहीम। दोस्तों ਅਸੀਂ ਤੁਹਾਨੂੰ ਬਾਗੜੀ ਪਾਵਰ ਟੀਵੀ ਤੋਂ ਖੁਸ਼ ਆਮਦੀਦ ਕਹਿੰਦੇ ਆ। ਅਸਾਮੁਦੀਨ ਬਸਰੀਆ ਸਾਹਿਬ, ਚੌਧਰੀ ਅਬਦੁਲ ਵਾਹਦ ਸਾਹਿਬ ਅਸੀਂ ਮਿਲ ਕੇ ਇੱਥੇ ਭਾਈ ਫੇਰੂ ਆਏ ਹੋਏ ਆ। ਅਸੀਂ ਲਾਹੌਰ ਤੋਂ ਚੱਲੇ ਆ ਤੇ ਭਾਈ ਫੇਰੂ ਅਸੀਂ ਗਿਰੀਆਂ ਤੇ ਬਦਾਮਾਂ ਵਾਲਾ ਗੁੜ ਦੇ ਸਿਲਸਿਲੇ ਦੋਸਤਾਂ ਦੀ ਫਰਮਾਇਸ਼ ਸੀ ਕਿ ਗੁੜ ਬਣਾਇਆ ਜਾਏ। ਅਸਾਮੁਦੀਨ ਬਸਰੀਆ ਸਾਹਿਬ ਤੁਹਾਨੂੰ ਪਿੱਛੇ ਖੇਤ ਦੇ ਗੰਨੇ ਦੇ ਖੇਤ ਤੇ ਬੈਠੇ ਹੋਏ ਨਜ਼ਰ ਆ ਰਹੇ ਨੇ ਤੇ ਅੱਗੇ ਚੌਧਰੀ ਵਾਹਦ ਅਮੀਨ ਸਾਹਿਬ ਜਿਹੜੇ ਕਿ ਬਦਾਮਾਂ ਨੂੰ ਕੱਢ ਰਹੇ ਨੇ, ਸਾਫ਼ ਕਰ ਰਹੇ ਨੇ, ਬਦਾਮਾਂ ਨੂੰ ਰਗੜਾ ਲਾ ਰਹੇ ਨੇ ਤੇ ਇਹ ਉਹਨਾਂ ਦੇ ਬੇਟੇ। ਕੀ ਨਾਮ ਬੇਟਾ ਤੁਹਾਡਾ? ਮੀਰ ਹਮਜ਼ਾ ਸਾਹਿਬ। ਇੱਕ ਮਿੰਟ ਦਿਖਾਉਣਾ ਜੀ। ਅਸੀਂ 1 ਮਿੰਟ ਵਾਪਸ ਲੈ ਕੇ ਜਾਂਦੇ ਆ ਕੈਮਰੇ ਨੂੰ ਉਧਰ ਇਨਸ਼ਾਅੱਲਾ ਗਿਰੀਆਂ ਤੇ ਬਦਾਮਾਂ ਦੀ ਤਰਫੋਂ, ਫਿਰ ਇਨਸ਼ਾਅੱਲਾ ਅਸੀਂ ਵਿਖਾ ਦੇਣਾ ਜਨਾਬ ਅਲੀ। ਇਹ ਗਿਰੀਆਂ ਬਦਾਮਾਂ ਇਹ ਮੇਵਾ ਜਾਤ ਨੇ, ਜਿਹੜਾ ਕਿ ਮੇਵਾ ਜਾਤ ਪਾਏ ਜਾ ਰਹੇ ਨੇ ਨਾ ਬੇਟਾ। ਹਲਾਓ 1 ਮਿੰਟ। ਇਹ ਬਦਾਮ ਨੇ, ਬਦਾਮ ਦੇ ਨਾਲ ਜਨਾਬ ਅਲੀ ਇਹ ਤਿਲ ਨੇ ਜਿਹੜੇ ਕਿ ਬੜੇ ਹਾਈ ਕੁਆਲਿਟੀ ਦੇ ਹੈ। ਇਹ ਮਗਜ਼ ਬਦਾਮ ਨੇ, ਮਗਜ਼ ਬਦਾਮ ਦੇ ਨਾਲ ਇਹ ਅਖਰੋਟ ਨੇ, ਅਖਰੋਟ ਜਿਹੜਾ ਮਗਜ਼ ਅਖਰੋਟ ਤੇ ਇਹ ਸੌਂਫ ਵੀ ਵਿੱਚ ਪਏਗੀ। ਇਹ ਨਾਲ ਗਿਰੀ ਖੋਪਰਾ ਜਿਹੜਾ ਮਤਲਬ ਕਿ ਇਹ ਵੀ ਵਿੱਚ ਪਏਗੀ। ਤੇ ਦੇਸੀ ਘਿਓ ਦੇ ਬਾਰੇ, ਦੇਸੀ ਘਿਓ ਕਿੱਥੇ ਗਿਆ ਜਨਾਬ? ਦੇਸੀ ਘਿਓ ਕਿੱਥੇ? ਹਾਂਜੀ, ਇਹ ਦੇਸੀ ਘਿਓ ਹੈ ਜਿਹੜਾ ਸਪੈਸ਼ਲ ਕਿਸਮ ਦਾ ਗਾਵਾਂ ਤੋਂ ਹਾਸਲ ਕੀਤਾ ਗਿਆ, ਜਿਹੜਾ ਕਿ ਸਾਨੂੰ ਬੜਾ ਸਿਫਾਰਿਸ਼ ਨਾਲ ਮਿਲਿਆ ਗਿਆ। ਇਹ ਦੇਸੀ ਘਿਓ ਵੀ ਵਿੱਚ ਪਾਵਾਂਗੇ। ਇਹ ਹੁਣ ਤੁਹਾਨੂੰ ਵਿਖਾ ਰਹੇ ਹਾਂ ਕਿ ਮੁਹੰਮਦ ਅਹਿਮਦ ਸਾਹਿਬ ਜਿਹੜੇ ਨੇ ਉਹ ਕੜਾਇਆ ਕਹਿ ਰਹੇ ਨੇ ਗੁੜ ਤਿਆਰ ਨੇ। ਮੁਹੰਮਦ ਅਹਿਮਦ ਸਾਹਿਬ, ਆਪਣੇ ਬਾਰੇ ਦੱਸੋ। ਇਹ ਗੁੜ ਕਿੰਨੇ ਅਰਸੇ ਤੋਂ ਬਣਾ ਰਹੇ ਤੇ ਕਿਸ ਤਰ੍ਹਾਂ ਬਣਦਾ? ਕੋਈ ਤਰੀਕਾਕਾਰ ਵੀ ਦੱਸੋ ਕਿ ਇਹਦੇ ਤੁਸੀਂ ਕਿਹੜੇ ਮਸਾਲਾ ਜਾਤ ਕੈਮੀਕਲ ਪਾਉਂਦੇ? ਇਹ ਜੀ ਬੜੇ ਅਕਸਰ ਸਾਡਾ ਪਿਓ ਦਾਦਾ ਕੰਮ ਕਰਦਾ ਪਿਆ, ਇਹੋ ਹੀ ਅਸਾਂ ਵੀ ਇਹੋ ਹੀ ਕਰਦੇ ਪਏ ਹਾਂ ਕਾਫੀ ਅਰਸੇ ਤੋਂ। ਇਹ ਸਾਡਾ ਬਿਜ਼ਨਸ ਇਹੋ ਹੀ ਹੈ ਜੀ, ਸਾਡਾ ਕਾਰੋਬਾਰ ਹੀ ਇਹੋ ਹੈ। ਹਾਂਜੀ, ਅਸੀਂ ਪਿਓ ਦਾਦਾ ਲਾ ਕੇ ਲੱਗੇ ਹਾਂ ਕਾਰੋਬਾਰ ਕਰਨ। ਇਹਦੇ ਵਿੱਚ ਜਿਹੜਾ ਕੁਛ ਹੈ ਤੁਸੀਂ ਪਾਉਣਾ ਚਾਹੋ ਅਸੀਂ ਪਾ ਦਿੰਦੇ ਹਾਂ। ਘਿਓ ਹੋਵੇ, ਬਦਾਮ ਹੋਣ, ਜਿਸ ਤਰ੍ਹਾਂ ਤੁਸੀਂ ਲਾਹੌਰੋਂ ਚੱਲ ਕੇ ਆਏ ਜੇ, ਦੂਸਰੀ ਵਾਰ ਆਏ ਜੇ ਤੇ ਅਸੀਂ ਤੁਹਾਨੂੰ ਨਾ ਇਨਸ਼ਾਅੱਲਾ ਬੜਾ ਜ਼ਬਰਦਸਤ ਘਿਓ ਬਣਾ ਕੇ ਦਿੱਤਾ ਹੈ ਗੁੜ ਯਾਦਗਾਰ ਵਾਸਤੇ ਤੇ ਸਿਹਤ ਵਾਸਤੇ ਚੰਗਾ, ਮੈਦੇ ਵਾਸਤੇ ਚੰਗਾ। ਅਰਸ਼ਾ ਅਸੀਂ ਉਹ ਪਾਉਣੇ ਜਿਹੜੀ ਮੁਨਾਸਬ ਹੋਵੇ ਤੇ ਕੋਈ ਕੈਮੀਕਲ ਤੋਂ ਪਾ ਕੇ ਤੇ ਕੋਈ ਕੈਮੀਕਲ ਨਹੀਂ ਇਸ ਵਿੱਚ ਪਾਇਆ। ਅਹਿਮਦ ਸਾਹਿਬ, ਤੁਸੀਂ ਦੱਸੋਗੇ ਕਿ ਇਹ ਗੁੜ ਬਣਾਉਣ ਵਾਸਤੇ ਕੀ ਤਰੀਕਾਕਾਰ ਤੁਸੀਂ ਇਸਤੇਮਾਲ ਕਰਦੇ? ਪਹਿਲੇ ਕੀ ਕਰਦੇ? ਕਿੰਨੇ ਅਰਸੇ ਤੋਂ ਤਿਆਰੀ ਸ਼ੁਰੂ ਕਰਦੇ ਤੇ ਕਿੰਨੇ ਅਰਸੇ ਤੱਕ ਗੁੜ ਬਣਾਉਂਦੇ ਰਹਿੰਦੇ? 6 ਮਹੀਨੇ ਤੱਕ ਜੀ ਕਾਰੋਬਾਰ ਕਰਨੇ ਆ ਤੇ ਜਿੰਨਾ ਤੱਕ ਗੰਨਾ ਸਾਨੂੰ ਮਿਲਦਾ ਰਹਿੰਦਾ ਅਸੀਂ ਕਾਰੋਬਾਰ ਇਹੋ ਕਰਦੇ ਰਹਿੰਦੇ ਹਾਂ। ਹਾਂਜੀ, ਇਹ ਤੁਸੀਂ ਗੁੜ ਕਿਹੜੀ ਮੰਡੀ ਜਾ ਕੇ ਫਰੋਖਤ ਕਰਦੇ ਜੀ? ਅਸੀਂ ਭਾਈ ਫੇਰੂ ਜਾਂਦੇ ਹਾਂ, ਜ਼ਿਆਦਾਤਰ ਕਾਨੇ ਮੰਡੀ ਵਿੱਚ ਚਲ ਜਾਂਦੇ ਹਾਂ, ਜਿੱਥੇ ਰੇਟ ਜ਼ਿਆਦਾ ਲੱਗੇ ਅਸੀਂ ਉੱਥੇ ਲੈ ਜਾਂਦੇ ਹਾਂ। ਤੇ ਇਹਦੇ ਸਿਲਸਿਲੇ ਤੁਹਾਨੂੰ ਕੀ ਮੁਸ਼ਕਲਾਤ ਆਉਂਦੀਆਂ? ਮੁਸ਼ਕਲਾਤ ਜੀ ਮੌਸਮ ਖਰਾਬੀ ਦੀ ਵਜ੍ਹਾ ਮੁਸ਼ਕਲਾਤ ਬੜੀਆਂ ਹੁੰਦੀਆਂ ਨੇ। ਬਾਲਣ ਲੱਭਦਾ ਨਹੀਂ ਤੇ ਪਰੇਸ਼ਾਨੀ ਇਹ ਸਿਰਫ ਮੌਸਮ ਦੀ ਹੁੰਦੀ, ਹੋਰ ਕੋਈ ਮਸਲਾ ਨਹੀਂ ਹੁੰਦਾ। ਤੇ ਸਾਡਾ ਕਾਰੋਬਾਰ ਹੈ, ਸਾਨੂੰ ਕੋਈ ਮੁਸ਼ਕਲ ਨਹੀਂ ਹੁੰਦਾ। ਦੇਖਣ ਵਾਲੇ ਮੁਸ਼ਕਲ ਹੁੰਦਾ ਵੀ ਇਹ ਬੜਾ ਜ਼ਬਰਦਸਤ ਕੰਮ ਹੈ, ਪਰ ਅਸੀਂ ਕਰਨੇ, ਸਾਨੂੰ ਕੋਈ ਮਸਲਾ ਨਹੀਂ ਇਸ ਦਾ। ਇਹ ਅਹਿਮਦ ਸਾਹਿਬ, ਇਹ ਦੱਸੋ ਕਿ ਜਿਹੜਾ ਗੁੜ ਗਿਰੀਆਂ ਬਦਾਮਾਂ ਵਾਲਾ ਬਣਦਾ ਹੈ ਇਹ ਕਿੰਨੀ ਦੇਰ ਤੱਕ ਸਹੀ ਰਹਿੰਦਾ? ਇਹ ਜੀ ਤਕਰੀਬਨ ਸਰਦੀ ਸਹੀ ਰਹਿੰਦਾ। ਸਰਦੀ ਸਰਦੀ ਸਹੀ ਰਹਿੰਦਾ। ਬਾਅਦ ਉਸ ਤੋਂ ਇਲਾਵਾ ਜਿਹੜਾ ਨਾ ਥੋੜਾ ਜਿਹਾ ਇਹਦੇ ਵਿੱਚ ਜਿਹੜੇ ਪਾਏ ਹੁੰਦੇ ਨਾ, ਘਿਓ ਪਾਇਆ ਹੁੰਦਾ, ਉਹ ਵੀ ਫਿਰ ਮਸਲਾ ਬਣ ਜਾਂਦਾ ਹੈ, ਫਿਰ ਨਰਮ ਹੋ ਜਾਂਦਾ। ਇਹ ਜੀ ਦੋਸਤੋ, ਅਸੀਂ ਤੁਹਾਨੂੰ ਹੁਣ ਲੈ ਕੇ ਚੱਲਾਂਗੇ। ਗਰੀਆਂ ਬਦਾਮਾਂ ਦਾ ਗੁੜ ਬਣ ਰਿਹਾ ਹੈ। ਤੁਹਾਨੂੰ ਬਦਾਮ ਤੇ ਗਰੀਆਂ ਵਿਖਾਇਆ, ਦੇਸੀ ਘਿਓ ਹੈ, ਇਹ ਮਗਜ਼ ਹੈ ਜਨਾਬੇ ਲਈ, ਇਹ ਮੇਵਾ ਜਾਤ ਨੇ। ਇਹ ਚੌਧਰੀ ਵਾਹਦ ਸਾਹਿਬ ਜਿਹੜੇ ਨੇ ਇਹ ਮੂੰਗਫਲੀ ਵੀ ਵਿੱਚ ਪਾਉਣਗੇ। ਮੂੰਗਫਲੀ ਨੂੰ ਇਹ ਉਤੋਂ ਉਤਾਰ ਰਹੇ ਨੇ। ਇਹ ਮੂੰਗਫਲੀ ਮੌਜੂਦ ਹੈ ਜਿੰਦੇ ਛਿਲਕੇ ਉੱਪਰ ਨੇ। ਤੇ ਇਹ ਹੁਣ ਚੌਧਰੀ ਵਾਹਦ ਅਮੀਨ ਸਾਹਿਬ ਨੂੰ ਪੁੱਛਾਂਗੇ ਜਨਾਬ ਅਲੀ, ਇਹਦੇ ਬਾਰੇ ਆਪ ਤੁਹਾਡੀ ਕੀ ਰਾਏ ਹੈ? ਰਾਏ ਮੇਰੀ ਇਹੀ ਹੈ, ਬੜਾ ਔਖਾ ਕੰਮ ਹੈ। ਬਹੁਤ ਦੂਰੋਂ ਸਾਨੂੰ 3 ਘੰਟੇ ਤੋਂ ਆਉਣਾ ਪਿਆ। ਅਸੀਂ ਇਸ ਲਈ ਡਰਦੇ ਕਿਸੇ ਨਾਲ ਹਾਮੀ ਨਹੀਂ ਭਰਦੇ। ਤੇ ਰਜ਼ਾ ਸਾਹਿਬ ਸਾਡੇ ਭਾਈ ਨੇ, ਸਾਬੁਦੀਨ ਸਾਹਿਬ ਵੀ ਸਾਡੇ ਭਾਈ ਵੀ ਨੇ, ਉਸਤਾਦਾਂ ਦੇ ਦੋਸਤ ਵੀ ਨੇ। ਅਸੀਂ ਇਸ ਲਈ ਡਰ ਨੇ, ਉਸਤਾਦਾਂ ਸਾਹਿਬਜ਼ਾਦੇ ਵੀ ਨੇ ਤੇ ਅਸੀਂ ਇਸ ਲਈ ਮੁਹੱਬਤ ਚ ਆ ਕੇ ਸਮਝੋ ਉਹਨਾਂ ਨੂੰ ਇਨਕਾਰ ਹੀ ਨਹੀਂ ਕਰ ਸਕੇ। ਸਾਨੂੰ ਆਉਣਾ ਪਿਆ ਤਕਰੀਬਨ ਕੋਈ 300 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ। ਕਿੰਨੀ ਕੁ ਤੁਹਾਨੂੰ ਕਸ਼ਟ ਕੱਟਣਾ ਪੈਂਦਾ ਜੀ ਇਹ ਗੁੜ ਬਣਾਉਣ ਵਾਸਤੇ? ਇਹ ਪਿਛਲੀ ਦਫਾ ਅਸੀਂ ਆਏ ਆ, ਸਾਡੇ ਬੰਦੇ ਨੇ ਪੁਲਿਸ ਵਾਲਿਆਂ ਫੜ ਲਿਆ।
ਉਹ ਨਾਲ ਚੌਂਕੇ ਜੱਜ ਸਾਹਿਬ ਸੀ, ਉਹਨਾਂ ਫੋਨ ਕੀਤਾ, ਰਿਕੁਐਸਟ ਕੀਤੀ, ਫਿਰ ਬੰਦਾ ਛੱਡਿਆ। ਪਰ ਅੱਜ ਅਸੀਂ ਆਪਣੇ ਮਨ ਨਾਲ ਹੀ ਬਸ ਆਹਿਸਤਾ ਆਹਿਸਤਾ ਆਏ ਆ, ਸਾਨੂੰ ਫਿਰ ਵੀ 3 ਘੰਟੇ ਲੱਗ ਗਏ। 3 ਘੰਟੇ ਲੱਗ ਗਏ। ਤੇ ਇਹ ਗੁੜ ਤੁਸੀਂ ਦੋਸਤਾਂ ਨੂੰ ਹੀ ਪੇਸ਼ ਕਰਦੇ ਜਾਂ ਇਕੱਲੇ ਹੀ ਖਾ ਜਾਂਦੇ ਜੀ? ਨਹੀਂ ਜੀ, ਜਿੰਨੇ ਕੁ ਸਮਾਨ ਪੈ ਗਏ ਆਪਣੇ ਵਾਸਤੇ ਬੜਾ ਸਹੀ ਹੈ। ਬਾਹਰ ਕਿਸੇ ਨੂੰ ਸਲਾਹ ਮਾਰਨ ਦਾ ਜ਼ਮਾਨਾ ਹੀ ਨਹੀਂ ਰਿਹਾ। ਏਡਾ ਮਹਿੰਗਾ 1000 ਰੁਪਏ ਕਿਲੋ ਤੇ ਗੁੜ ਪੈ ਗਿਆ, ਲਓ ਕਿਸ ਤਰ੍ਹਾਂ ਕਿਸੇ ਨੂੰ ਸਲਾਹ ਮਾਰੀ ਜਾ ਸਕਦੀ। ਲਓ, ਬਹੁਤ ਸ਼ੁਕਰੀਆ। ਲਓ ਦੋਸਤੋ, ਅਸੀਂ ਤੁਹਾਨੂੰ ਆਪਣੇ ਅਸਿਸਟੈਂਟ ਅਟਾਰਨੀ ਜਨਰਲ ਜਨਾਬ ਅਲੀ ਅਸਾਮੁਦੀਨ ਬਸਰੀਆ ਸਾਹਿਬ ਕੋਲ ਲੈ ਕੇ ਜਾਂਦੇ, ਜਿਹੜੇ ਕਿ ਲਾਈਵ ਸਾਡੇ ਨਾਲ ਗੱਲਬਾਤ ਕਰਨਗੇ। ਬਸਰੀਆ ਸਾਹਿਬ, ਇਹ ਤੁਹਾਡੇ ਹੱਥ 'ਚ ਕੀ ਆ? ਇਹ ਜੀ ਗਾਜਰ ਹੈ ਜੀ ਜੀ, ਮਾਸ਼ਾਅੱਲਾ। ਅਸੀਂ ਹੁਣੇ ਇਹ ਤਾਜ਼ਾ ਇੱਥੋਂ ਖੇਤਾਂ ਦੇ ਵਿੱਚੋਂ ਹਾਸਲ ਕੀਤੀ ਹੈ। ਔਰ ਇਹ ਗੋਂਗਲੂ ਪਏ ਨੇ ਇੱਥੇ। ਇਹ ਗੋਂਗਲੂ ਵੀ ਜਿਹੜੇ ਨੇ ਬਿਲਕੁਲ ਫਰੈਸ਼ ਹੁਣੇ ਹੀ ਹਾਸਲ ਕੀਤੇ ਗਏ ਨੇ। ਜੀ ਇਹ ਤਾਜ਼ਾ ਗੋਂਗਲੂ ਹੈ ਤੇ ਜਨਾਬ ਅਲੀ ਬਸਰੀਆ ਸਾਹਿਬ ਜੀ ਜੀ, मतलब कितना ज़बरदस्त ये पौधा है। ਉਹਦੇ ਵਿੱਚੋਂ ਗਾਜਰ ਸਮੇਤ ਹੀ ਆਪਣੀ ਇਹ ਜੀ ਅਸਾਮੁਦੀਨ ਬਸਰੀਆ ਸਾਹਿਬ ਇੱਥੇ ਮੌਜੂਦ ਨੇ, ਗੰਨਿਆਂ ਦੇ ਖੇਤਾਂ 'ਚ ਲਾਈਵ ਆਪਣੇ ਸਾਹਮਣੇ ਗੁੜ ਬਣਦਾ ਵੇਖ ਰਹੇ ਨੇ। ਗਰੀਆਂ ਤੇ ਬਦਾਮਾਂ ਵਾਲਾ ਗੁੜ ਬਣਾ ਰਹੇ ਨੇ। ਇਹ ਕਾਫੀ ਮਹਿੰਗਾ ਗੁੜ ਬਣੇਗਾ, ਜਿਹੜਾ ਕਿ ਤਕਰੀਬਨ ਕੋਈ 1000 ਰੁਪਏ ਕਿਲੋ ਪਏਗਾ। ਤੇ ਬਸਰੀਆ ਸਾਹਿਬ ਨੂੰ ਪੁੱਛਨੇ ਆ ਕਿ ਇਸ ਗੁੜ ਵਾਸਤੇ ਤੁਹਾਡੀਆਂ ਕਿੰਨੇ ਫਰਮਾਇਸ਼ਾਂ ਕੀਤੀਆਂ ਤੇ ਕੀ ਤੁਹਾਨੂੰ ਸ਼ੌਕ ਪੈ ਗਿਆ ਕਿ ਤੁਸੀਂ ਗੁੜ ਬਣਾਉਣ ਆ ਗਏ? ਅਸਲ 'ਚ ਸਾਡੇ ਕਦੀਮ ਰਿਵਾਇਤ ਨੇ। ਸਾਡੇ ਬਜ਼ੁਰਗ ਆਬਾਓ ਅਜਦਾਦ ਜਿਹੜੇ ਸਨ, ਜਦੋਂ ਸਾਡੇ ਜ਼ਰਈ ਰਕਬੇ ਜਿਹੜੇ ਨੇ ਸਾਡੇ ਪੀਰ ਮਹਿਲ 16 ਚੱਕਰ ਦੀ ਸਾਈਡ ਤੇ, ਉਹ ਸੁਣਦੇ ਆਏ ਆ ਹਮੇਸ਼ਾ ਤੋਂ ਹੀ, ਮਤਲਬ ਇਹ ਮਾਮਲਾ ਸਨ। ਲੇਕਿਨ ਹੁਣ ਉਹ ਦੂਰ ਪੈ ਜਾਂਦਾ ਸਾਨੂੰ ਜ਼ਿਆਦਾ। ਤੇ ਇੱਥੇ ਜਿਹੜਾ ਨਾ ਵਾਹਿਦ ਸਾਹਿਬ ਸਾਡੇ ਜਿਹੜੇ ਭਾਈ ਨੇ ਸਾਡੇ, ਜਿਨ੍ਹਾਂ ਨੇ ਆਲਰੇਡੀ ਆਪਣੇ ਗੱਲ ਦੱਸੀ ਇੰਟਰਵਿਊ ਦੇ ਵਿੱਚ, ਤੇ ਇਹਨਾਂ ਦੀ ਮੁਹੱਬਤ ਹੈ ਤੇ ਇਹ ਕਾਫੀ ਜਿਹੜਾ ਨਾ ਟਾਈਮ ਤਲਬ ਕੰਮ ਹੈ। ਇਹ ਬਸਰੀਆ ਸਾਹਿਬ, ਅਸੀਂ ਜ਼ਰਾ ਵੇਖ ਲਈਏ ਕੜਾਏ 'ਚੋਂ ਗੁੜ ਮੁੰਤਕਲ ਕੀਤਾ ਜਾ ਰਿਹਾ। ਇਹ ਅਹਿਮਦ ਸਾਹਿਬ ਜਨਾਬੇ ਲਈ ਇਹ ਗੁੜ ਨੂੰ ਕੜਾਏ 'ਚੋਂ ਕੱਢ ਕੇ ਜੋ ਕਿ ਤਿਆਰ ਹੋ ਗਿਆ, ਅਹਿਮਦ ਸਾਹਿਬ ਇਹ ਕੰਨ ਦੇ ਵਿੱਚ ਪਾ ਰਹੇ ਨੇ। ਅਹਿਮਦ ਸਾਹਿਬ ਕੰਨ ਹੈ ਜੀ, ਗੰਢ ਦੇ ਵਿੱਚ ਪਾ ਰਹੇ ਨੇ, ਜਿੰਦੇ 'ਚ ਆਲਰੇਡੀ ਪਹਿਲੇ ਹੀ ਬਦਾਮ, ਪਿਸਤਾ ਤੇ ਮਗਜ਼ ਤੇ ਮੇਵਾ ਤੇ ਗਿਰੀ ਤੇ ਚਨੇ ਤੇ ਮੂੰਗਫਲੀ ਤੇ ਤਿਲ ਤੇ ਸੌਂਫ ਪੈ ਗਏ ਨੇ। ਤੋ ਅਹਿਮਦ ਸਾਹਿਬ ਨੇ ਮਤਲਬ ਕਿ ਕੰਨ ਦੇ ਵਿੱਚ ਮੁੰਤਕਲ ਕਰਤਾ ਗਿਆ ਗੁੜ ਨੂੰ। ਤੇ ਇਹ ਹੁਣ ਅਸੀਂ ਦੁਬਾਰਾ ਬਸਰੀਆ ਸਾਹਿਬ, ਇਸ ਗੁੜ ਦੇ ਬਾਰੇ ਤੁਸੀਂ ਕਿਹਨੂੰ ਜਾ ਕੇ ਕਿੰਨੇ ਵਾਅਦਾ ਕੀਤਾ ਤੇ ਕਿਸ ਵਾਸਤੇ ਗੁੜ ਬਣਾ ਰਹੇ ਜੇ? ਕਿਹੜੇ ਦੋਸਤਾਂ ਨੂੰ ਤੁਸੀਂ ਪੇਸ਼ ਕਰਨਾ? ਕੋਈ ਮਹਿਮਾਨਾਂ ਨੂੰ ਵੀ ਖਵਾਉਂਦੇ ਜੇ ਜਾਂ ਇਕੱਲੇ ਹੀ ਖਾ ਜਾਂਦੇ ਜੇ? ਬੇਸਿਕਲੀ ਜਿਹੜੇ ਸਾਡੇ ਕੋਲ ਦਫ਼ਤਰ ਦੇ ਵਿੱਚ ਦੋਸਤ ਆਉਂਦੇ ਨੇ ਜਾਂ ਘਰ ਦੇ ਵਿੱਚ ਆਉਂਦੇ ਨੇ ਮਹਿਮਾਨ, ਜਿਹੜੇ ਦੋਸਤ ਹੁੰਦੇ ਨੇ, ਉਹਨਾਂ ਵਾਸਤੇ ਜਿਹੜਾ ਹੈਗਾ ਮਤਲਬ ਚਾਹ ਦੇ ਨਾਲ ਗੋਸ਼ਤ, ਆਪਣਾ ਗੁੜ ਦੀ ਚਾਹ ਬਣਾ ਦਿੱਤੀ, ਉਹਦੇ 'ਚ ਪਾ ਦਿੱਤਾ, ਖਾਣੇ ਤੋਂ ਬਾਅਦ ਇਸਤੇਮਾਲ ਕਰ ਲਿਆ। ਇਹ ਇਹਨਾਂ ਚੀਜ਼ਾਂ ਵਾਸਤੇ ਚੀਜ਼ ਹੈ, ਅੱਛੀ ਹੈ। ਲੇਕਿਨ ਆਮ ਤੌਰ 'ਤੇ ਲੋਕ ਕੋਸ਼ਿਸ਼ ਕਰਦੇ ਨੇ ਕਿ ਇਹ ਬਦਾਮ ਔਰ ਚੀਜ਼ਾਂ ਜਿਹੜੀਆਂ ਨੇ ਇਹਨਾਂ ਦਾ ਇਸਤੇਮਾਲ ਇਹਦੇ ਵਿੱਚ ਨਹੀਂ ਕਰਦੇ। ਲੇਕਿਨ ਇਹ ਹੈਗਾ ਕਿ ਅਸੀਂ ਇਹਨੂੰ ਸਪੈਸ਼ਲੀ ਇਸ ਕਰਕੇ ਕੀਤਾ ਹੈ ਤਾਂ ਕਿ ਜਿਹੜੇ ਦੋਸਤ ਸਾਡੇ ਕੋਲ ਆਉਣ, ਉਹਨਾਂ ਦੇ ਵਾਸਤੇ ਮਹਿਮਾਨ ਨਵਾਜ਼ੀ ਜਿਹੜੀ ਹੈ ਉਹ ਬਿਹਤਰ ਤੌਰ 'ਤੇ ਅਸੀਂ ਕਰ ਸਕੀਏ। ਇਹ ਜਿਹੜਾ ਵੀ ਸਾਡੇ ਕੋਲ ਦੋਸਤ ਦਫ਼ਤਰ 'ਚ ਆਉਣਗੇ, ਅਸੀਂ ਉਹਨਾਂ ਨੂੰ ਜਿਹੜਾ ਹੈਗਾ ਇਹ ਗੁੜ ਪੇਸ਼ ਕਰਾਂਗੇ, ਉਹਨਾਂ ਨੂੰ ਚਾਹ ਵੀ ਪਿਲਾਵਾਂਗੇ, ਵੈਸੇ ਵੀ ਖਿਲਾਵਾਂਗੇ ਉਹਨਾਂ ਨੂੰ। ਇਹ ਅਸਾਮੁਦੀਨ ਬਸਰੀਆ ਸਾਹਿਬ ਕਹਿ ਰਹੇ ਸੀ ਕਿ ਗੁੜ ਖਾਣ ਵਾਸਤੇ ਤੁਹਾਨੂੰ ਸਾਡੇ ਦਫ਼ਤਰ ਆਉਣਾ ਪਏਗਾ। ਤੇ ਬਸਰੀਆ ਸਾਹਿਬ, ਦਫ਼ਤਰ ਤੁਹਾਡੇ ਕੋਲ ਕੇਸ ਲੈ ਕੇ ਆਵਾਂਗੇ ਜਾਂ ਵੈਸੇ ਵੀ ਮਿਲਣ ਆ ਸਕਦੇ? ਨਹੀਂ, ਉਹ ਤੇ ਸਾਈਲ ਹੁੰਦੇ ਨਾ ਸਾਡੇ, ਉਹਨਾਂ ਨੂੰ ਤਾਂ ਅਸੀਂ ਕਚਹਿਰੀ 'ਚ ਚਾਹ ਪਿਆਉਂਦੇ ਹਾਂ। ਇਹ ਦੋਸਤਾਂ ਦੀ ਗੱਲ ਹੋ ਰਹੀ ਹੈ, ਜਿਹੜੇ ਸਾਨੂੰ ਮਿਲਣ ਵਾਸਤੇ ਇਸ ਤੋਂ ਇਲਾਵਾ ਆਉਂਦੇ ਨੇ ਲੋਕ, ਉਹਨਾਂ ਦੀ ਗੱਲ ਕਰਨੀ ਪਈ। ਠੀਕ ਹੈ ਜੀ। ਉਹਨਾਂ ਨੇ ਕਿਹਾ ਜੀ ਅਸੀਂ ਆਪਣੇ ਦੋਸਤ ਅਹਿਬਾਬ ਨੂੰ ਗੁੜ ਪੇਸ਼ ਕਰਨੇ ਆ। ਤੇ ਇਹ ਜੀ ਜਨਾਬੇ ਲਈ ਇਹ ਹੁਣ ਤੁਹਾਨੂੰ ਲਾਈਵ ਗੁੜ ਬਣਦਾ ਵਿਖਾ ਰਹੇ ਆ ਕਿ ਇਹ ਪਹਿਲਾ ਕੜਾਹ ਜਿਹਦੇ 'ਚ 1 ਘੰਟੇ ਤੋਂ ਰੋਹ ਪੱਕ ਰਹੀ ਸੀ, ਉਸ ਰੋਹ ਨੂੰ ਇਹ ਭਾਈ ਹਰਿਆਣ ਉਹਨੂੰ ਦੂਸਰੇ ਕੜਾਹੇ ਦੇ ਵਿੱਚ ਮੁੰਤਕਲ ਕਰ ਰਹੇ ਨੇ। ਤੇ ਅਸਾਮੁਦੀਨ ਬਸਰੀਆ ਸਾਹਿਬ, ਮੀਰ ਹਮਜ਼ਾ ਸਾਹਿਬ ਗਿਰੀ ਕੱਟ ਰਹੇ ਨੇ। ਮੀਰ ਹਮਜ਼ਾ ਜ਼ਰਾ ਇੱਧਰ ਹੱਥ ਹਿਲਾ, ਜ਼ਰਾ ਗਿਰੀ ਕੱਟ ਰਿਹਾ ਜੇ। ਇਹ ਗਿਰੀ ਵਿਖਾਓ ਜ਼ਰਾ ਉਠਾ ਚੁੱਕ ਕੇ। ਇਹ ਗਿਰੀ ਕੱਟ ਰਹੇ ਨੇ, ਗਿਰੀ ਜਨਾਬ ਲਈ। ਅਹਿਮਦ ਸਾਹਿਬ ਇਹ ਪਿਸਤਾ, ਬਦਾਮ ਤੇ ਮਗਜ਼ੀਆਤ ਵਾਲਾ ਗੁੜ ਜਨਾਬ ਲਈ ਇਹ ਦੇਖ ਰਹੇ ਨੇ, ਅਹਿਮਦ ਸਾਹਿਬ ਕਰ ਰਹੇ ਨੇ। ਬਸਰੀਆ ਸਾਹਿਬ, ਇਹ ਦੱਸਣਾ ਪਸੰਦ ਕਰੋਗੇ, ਤੁਸੀਂ ਸ਼ਾਇਰ ਲੋਕ ਜੇ, ਤੁਹਾਡੇ ਮੁਸ਼ਾਇਰੇ ਹੁੰਦੇ ਰਹਿੰਦੇ, ਤੁਸੀਂ ਇਹ ਆਪਣੇ ਸ਼ਾਇਰਾਂ ਦੋਸਤਾਂ ਨੂੰ ਵੀ ਇਹ ਗੁੜ ਪੇਸ਼ ਕਰਦੇ ਜੇ ਕਿ ਆਪਣੇ ਦੋਸਤਾਂ ਨੂੰ ਹੀ ਖਵਾਉਂਦੇ ਜੇ? ਅਲਹਮਦੁਲਿਲਾ, ਅਸੀਂ
ਇਹ ਸਾਰੇ ਜਿਹੜੇ ਵੀ ਸਾਡੇ ਕੋਲ ਆਫਿਸ 'ਚ ਆਉਂਦੇ ਨੇ, ਘਰਾਂ ਦੇ ਵਿੱਚ ਆਉਂਦੇ ਨੇ, ਘਰ ਦੇ ਮਤਲਬ ਮਹਿਮਾਨ ਆ ਜਾਣ ਸਾਡੇ ਕੋਲ, ਕੋਈ ਵੀ ਆ ਜਾਵੇ, ਜ਼ਰੂਰੀ ਨਹੀਂ ਕੋਈ ਮਖਸੂਸ, ਬਲਕਿ ਮਤਲਬ ਤੁਹਾਨੂੰ ਤੇ ਪਤਾ ਹੀ ਹੈ ਅਕਸਰ ਸਾਡੀ ਗੈਦਰਿੰਗਸ ਹੁੰਦੀਆਂ ਰਹਿੰਦੀਆਂ ਨੇ ਕਿ ਉਹਦੇ 'ਚ ਇਨਸ਼ਾਅੱਲਾ ਇਹ ਵੈਸੇ ਵੀ ਇੱਕ 3-4 ਮਹੀਨੇ ਦੀ ਇਹਦਾ ਹੁੰਦੀ ਹੈ, ਉਸ ਤੋਂ ਬਾਅਦ ਇਹ ਗੁੜ ਖਰਾਬ ਹੋ ਜਾਂਦਾ ਹੈ ਕਿਉਂਕਿ ਜਿੰਨੀਆਂ ਚੀਜ਼ਾਂ ਇਹਦੇ 'ਚ ਮਿਲ ਚੁੱਕੀਆਂ ਨੇ 3-4 ਮਹੀਨੇ ਬਾਅਦ ਇਹ ਖਰਾਬ ਹੋ ਜਾਂਦਾ, ਲੇਕਿਨ ਸਾਡੇ ਕੋਲ ਇਤਫਾਕ ਨਾਲ ਹੀ 1 ਮਹੀਨੇ ਦੇ ਵਿੱਚ ਹੀ ਇਹ ਦੋਸਤਾਂ 'ਚ ਇਸਤੇਮਾਲ ਹੋ ਜਾਂਦਾ ਹੈ। ਬਸੀਰ ਸਾਹਿਬ ਤੁਸੀਂ ਦੱਸਣਾ ਪਸੰਦ ਕਰੋਗੇ ਇਹਦੇ 'ਚ ਤੁਸੀਂ ਕਿਸ ਤਰ੍ਹਾਂ ਇਹਨੂੰ ਤਿਆਰ ਕੀਤਾ, ਇਹਦੇ 'ਚ ਕੈਮੀਕਲ ਕੋ ਮਸਾਲੇ ਵਗੈਰਾ ਪਾਏ ਜਾਂ ਕਿਸ ਤਰ੍ਹਾਂ ਇਹਨੂੰ ਬਣਾਇਆ? ਨਹੀਂ ਜੀ, ਇਹਦੇ 'ਚ ਅਸੀਂ ਕੋਈ ਕੈਮੀਕਲ ਨਹੀਂ ਜੀ ਪੈਣ ਦਿੱਤਾ, ਇਹਨੂੰ ਬਿਲਕੁਲ ਅਸੀਂ ਨੀਟ ਐਂਡ ਕਲੀਨ ਤਰੀਕੇ ਨਾਲ ਬਣਵਾਇਆ। ਔਰ ਇਹ ਭਿੰਡੀ ਇੱਕ ਹੁੰਦਾ ਹੈ ਪੌਦਾ ਜਿਹੜਾ ਇਹ ਆਪਣਾ ਕਮਾਦ ਦੇ ਨਾਲ ਹੀ ਹੁੰਦਾ, ਉਹਦੇ 'ਚ ਇਹਨੂੰ ਰੰਗ ਨੂੰ ਨਿਖਾਰਨ ਵਾਸਤੇ ਇਸਤੇਮਾਲ ਕੀਤਾ ਗਿਆ ਔਰ ਕਿਸੇ ਕਿਸਮ ਦੀ ਵੀ ਜ਼ਰਾ ਬਰਾਬਰ ਵੀ ਮਿਲਾਵਟ ਨਹੀਂ ਹੈਗੀ। ਇਹ ਬਸੀਰ ਸਾਹਿਬ ਇਸ ਅਫਰਾ ਤਫਰੀ ਦੇ ਦੌਰ 'ਚ ਤੁਸੀਂ ਟਾਈਮ ਕਿਵੇਂ ਕੱਢ ਲੈਂਦੇ ਜੇ ਕਿ ਇੰਨੀ ਦੂਰ ਆ ਕੇ ਸਾਰਾ ਦਿਨ ਜ਼ਾਇਆ ਕਰਕੇ ਗੁੜ ਬਣਾਉਂਦੇ ਜੇ? ਇਹਦੇ ਬਾਰੇ ਦੱਸੋ। ਟਾਈਮ ਹੁਣ ਦੇਖੋ, ਆਪਣੇ ਇਨਸਾਨ ਨੂੰ ਆਪਣੀ ਲਾਈਫ ਵਾਸਤੇ ਔਰ ਫਿਤਰਤ ਦੇ ਕਰੀਬ ਰਹਿਣ ਵਾਸਤੇ, ਕਿਉਂਕਿ ਦੁਨੀਆਦਾਰੀ ਇਹ ਇਨਸਾਨ 2 ਸਾਲ 5 ਸਾਲ 10 ਸਾਲ 100 ਸਾਲ ਜ਼ਿੰਦਗੀ ਦੇ ਬਾਅਦ ਆਖਰ ਜਿਹੜਾ ਅੰਜਾਮ ਐਂਡ ਹੈ, ਇਸ ਕਰਕੇ ਇਨਸਾਨ ਨੂੰ ਜ਼ਿਆਦਾਤਰ ਫਿਤਰਤ ਦੇ ਕਰੀਬ ਰਹਿਣਾ ਚਾਹੀਦਾ ਔਰ ਜ਼ਿਆਦਾ ਮਤਲਬ ਲੋਕਾਂ ਦੇ ਨਾਲ ਉਹਨਾਂ ਦੇ ਦੁੱਖ ਸੁੱਖ, ਉਹਨਾਂ ਦੇ ਮਾਮਲਾਤ ਦੇ ਵਿੱਚ ਆਪਣੀ ਭੱਜ ਨੱਸ ਦੌੜ ਜਿਹੜੀ ਪੈਸਾ ਕਮਾਉਣ ਦੀ ਹੈ ਉਹਨੂੰ ਘਟਾਉਣਾ ਚਾਹੀਦਾ ਹੈ, ਬਲਕਿ ਇਹ ਸੋਚਣਾ ਚਾਹੀਦਾ ਹੈ ਕਿ ਜਿਹੜਾ ਰਿਜ਼ਕ ਅੱਲਾਹ ਤਾਲਾ ਵੱਲੋਂ ਹੈ ਇਨਸਾਨ ਨੂੰ ਹਰ ਸੂਰਤ ਮੁਯੱਸਰ ਆ ਕੇ ਰਹੇਗਾ, ਚਾਹੇ ਉਹ ਕਿਤੇ ਵੀ ਬੈਠਾ ਹੈ। ਔਰ ਦੋਸਤਾਂ ਦੇ ਨਾਲ ਸਵੇਰ ਸ਼ਾਮ ਦੁਪਹਿਰ ਜਿੱਥੇ ਵੀ ਫਿਰਦੇ ਟੁਰਦੇ ਇੱਕ ਦੂਜੇ ਦੇ ਕੰਮ ਆਉਣਾ ਚਾਹੀਦਾ ਹੈ। ਜੀ ਇਹ ਬਸਰੀਆ ਸਾਹਿਬ ਆਪਣੇ ਖਿਆਲਾਤ ਦਾ ਇਜ਼ਹਾਰ ਕਰਦੇ ਪਏ ਸੀ, ਕਹਿੰਦੇ ਸੀ ਕਿ ਸਾਨੂੰ ਜਿੰਨੀ ਅੱਲਾ ਨੇ ਸਾਨੂੰ ਜ਼ਿੰਦਗੀ ਦਿੱਤੀ ਆ ਉਹਨੂੰ ਬਿਹਤਰ ਤਰੀਕੇ ਨਾਲ ਫਿਤਰਤ ਦੇ ਕਰੀਬ ਰਹਿੰਦੇ ਹੋਏ ਗੁਜ਼ਾਰਨਾ ਚਾਹੀਦੀ ਹੈ, ਵਰਨਾ ਤੇ ਇਨਸਾਨ ਤੋਂ ਮਸਰੂਫੀਅਤ ਬੇਸ਼ੁਮਾਰ ਹੈ। ਇਹ ਬਸਰੀਆ ਸਾਹਿਬ ਤਾਜ਼ਾ ਗਾਜਰ ਖਾ ਰਹੇ ਨੇ। ਹੁਣ ਅਸੀਂ ਇਹਨਾਂ ਨੂੰ ਪੁੱਛਨੇ ਆ ਕਿ ਬਸਰੀਆ ਸਾਹਿਬ ਤੁਸੀਂ ਸ਼ਾਇਰ ਜੇ, ਅਦੀਬ ਜੇ, ਤੇ ਕੁਝ ਆਪਣਾ ਕਲਾਮ ਕੋਈ ਚੰਦ ਸ਼ੇਰ, ਕਿਉਂਕਿ ਇਸ ਦੌਰ ਦੇ ਵਿੱਚ ਜਿੱਥੇ ਮਿਲਾਵਟ ਤੋਂ ਇਲਾਵਾ ਕੋਈ ਸ਼ੈ ਨਹੀਂ ਮਿਲਦੀ, ਅੱਜ ਕੱਲ ਸੁਣਨ ਚ ਆ ਰਿਹਾ ਕਿ ਗੁੜ ਵੀ ਚੀਨੀ ਦਾ ਬਣਦਾ ਹੈ, ਕਿਉਂਕਿ ਚੀਨੀ ਦਾ ਰੇਟ 80 ਰੁਪਏ ਕਿਲੋ ਹੈ ਤੇ ਗੁੜ ਦਾ ਰੇਟ 150 ਰੁਪਏ ਕਿਲੋ। ਤੇ ਇਸ ਮਿਲਾਵਟ ਜ਼ਿਆਦਾ ਦੌਰ 'ਚ ਤੁਸੀਂ ਹੱਕ ਸੱਚ ਲੱਭਣ ਵਾਸਤੇ ਤੇ ਮਿਲਾਵਟ ਤੋਂ ਬਗੈਰ ਗੁੜ ਲੈਣ ਵਾਸਤੇ ਸਾਰਾ ਦਿਨ ਆਪਣਾ ਸਰਫ ਕੀਤਾ, ਤੇ ਇਹਦੇ ਬਾਰੇ ਕੋਈ 1-2 ਸ਼ੇਰ ਸੁਣਾਓ, ਕਿਉਂਕਿ ਤੁਸੀਂ ਸ਼ਾਇਰ ਜੇ। ਗੁੜਾਂ ਦੇ ਬਾਰੇ ਚ ਸ਼ੇਰ ਤਾਂ ਨਹੀਂ ਹੁੰਦੇ, ਲੇਕਿਨ ਮੁਹੱਬਤ ਦੇ ਬਾਰੇ ਇਹ ਗਜ਼ਲ ਦੇ ਚੰਦ ਅਸ਼ਾਰ ਜਿਹੜੇ ਕੁਜ਼ੇਨ ਚ ਇੱਕਦਮ ਆਏ ਨੇ, ਉਹਨਾਂ ਦੇ ਵਿੱਚੋਂ ਤੁਹਾਡੀ ਨਜ਼ਰ ਕਰਨੇ ਆ। ਉਹਦਾ ਮਤਲਬ ਹੈ ਜੀ, हर जगह जा बजा भी क्या होना, वाह जी वाह, हर जगह जा बजा भी क्या होना, आदमी से खुदा भी क्या होना, वाह वाह, दोस्तों से गिले हजारों हैं। ये खास दोस्त ने साडे, उन्हां दी नज़र भी सी करने पे कीमती शेर है। मियां सदीक साहब ने साडे भाई ने, और इस तरह के साडे दोस्त ने, उन्हां दी नज़र कर रहे हैं। दोस्तों से गिले हजारों हैं, दोस्तों से खफा भी क्या होना। वाह वाह वाह, क्या बात। 5 वक्ती नमाज काफी है, 5 वक्ती नमाज काफी है, शौक सजदा नुमा भी क्या होना। वाह वाह। और अब कहाँ है तमीज़ खैर व शर, अब कहाँ है तमीज़ खैर व शर, अच्छा होना बुरा भी क्या होना। वाह जी वाह। शेर देखिएगा, साज़े फितरत को उस तरफ रख कर, लबे नगमा सरा भी क्या होना। लोग कमरों में कैद कर लेंगे, वाह वाह, लोग कमरों में कैद कर लेंगे, इस घुटन में हवा भी क्या होना। वाह वाह वाह। और मक्ता देखिएगा, यदे बैजा न हो अगर हस्साम, वाह, यदे बैजा न हो अगर हस्साम, बाजुओं का आसा भी क्या होना। वाह जी वाह। जी ये असामुद्दीन बसरिया साहब अपना ताज़ा कलाम पेश कर रहे थे। माशक बड़ी गहरी शायरी करते हैं और ज़माने की नब्ज़ पे
इनका हाथ होता है। दोस्तों इस वक्त ਹਨੇਰਾ ਹੋ ਰਿਹਾ ਹੈ ਤੇ ਇਹ ਮੈਂ ਕੈਮਰਾ ਲੈ ਕੇ ਜਾਵਾਂਗਾ ਇੱਕ ਵਾਰੀ ਫੇਰ ਚੌਰੀ ਵਾਹਦ ਸਾਹਿਬ ਤੇ ਇਹਨਾਂ ਕੋਲ ਫਾਈਨਲ ਟੱਚ ਲੈਣੇ ਆ ਕਿ ਇਹ ਗੁੜ ਕਿੰਨੀ ਕੁ ਦੇਰ ਤੱਕ ਬਣ ਜਾਏਗਾ, ਸਾਨੂੰ ਮਜ਼ੀਦ ਕਿੰਨੇ ਘੰਟੇ ਲੱਗਣਗੇ। ਜੀ ਅਸਾਮ ਵਾਹਦ ਸਾਹਿਬ। ਹਾਂਜੀ ਸਰ।